ਜਿਹਦੇ ਨਾਲ ਮੇਰੀ ਮੰਗਣੀ ਹੋਈ ਸੀ ਉਹਦੇ ਇਹ ਪੇਪਰ ਨਹੀਂ ਸੀ ਬਣੇ, ਉਹਦੇ ਪੇਪਰ ਬੜੇ ਨਾਲ ਤੇ ਉਹ ਪਾਕਿਸਤਾਨ ਆਵੇ ਤੇ ਸਾਡੀ ਸ਼ਾਦੀ ਹੋਵੇ ਯਾਰ। ਲੇਕਿਨ ਦੇਵਰ ਮੇਰਾ ਬੜਾ ਚੰਗਾ ਸੀ, ਹਾਲਾਂਕਿ ਸਾਡਾ ਰਿਸ਼ਤੇਦਾਰ ਵੀ ਨਹੀਂ ਸੀ ਹੈ। ਰੋਜ਼ਾਨਾ ਸਾਡੇ ਘਰ ਆ ਜਾਂਦਾ, ਕਦੇ ਸਾਡੇ ਵਾਸਤੇ ਸਮੋਸੇ ਲੈ ਆਉਣੇ, ਕਦੇ ਦਹੀਂ ਭੱਲੇ ਲੈ ਆਉਣੇ, ਕਦੇ ਕਬਾਬ ਲੈ ਆਉਂਦਾ, ਹੋਰ ਛੱਡ ਕੇ ਕਿਚਨ 'ਚ ਆ ਕੇ ਮੇਰੇ ਨਾਲ ਕੰਮ ਕਰਾਉਣ ਲੱਗ ਪੈਂਦਾ ਆ। ਅੰਮੀ ਕਹਿੰਦਾ ਦੇਖੀ ਕਿਤਨਾ ਚੰਗਾ ਤੇਰਾ ਭਰਾ, ਕਹਿੰਦਾ ਮੈਨੂੰ ਕਲਾਵੇ ਇਸ ਤਰ੍ਹਾਂ ਮਾਰਦਾ ਸੀ। ਹੋਰ ਛੱਡ ਕੇ ਮੈਨੂੰ ਜਿਹੜਾ ਘਰ ਵੀ ਆਪਣੇ 2-3 ਵਾਰੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ, ਘਰਦਿਆਂ ਨੂੰ ਪਤਾ ਵੀ ਨਹੀਂ ਸੀ ਹੁੰਦਾ। ਉਹਦੇ ਘਰ ਦੇ ਕਹਿੰਦੇ ਪੁੱਤਰ ਸਾਨੂੰ ਦੱਸਦੇ ਦੇ ਯਾਰ ਜੇ ਇਹਨੂੰ ਲੈ ਕੇ ਆਉਣ ਲੈ, ਕਹਿੰਦੇ ਉੱਥੇ ਰਾਤ ਰਹਿ ਕੇ ਫਿਰ ਮੈਨੂੰ ਵਾਪਸ ਆ ਕੇ ਛੱਡ ਦਿੰਦਾ ਸੀ। ਲੇਕਿਨ ਕਹਿੰਦਾ ਸ਼ਾਦੀ ਤੂੰ ਇੱਕ ਦਿਨ ਪਹਿਲਾਂ ਸਾਡੇ ਘਰ ਆਇਆ, ਆ ਕੇ ਕਹਿੰਦਾ ਬਾਜੀ ਦੱਸੋ ਕਿਸੇ ਚੀਜ਼ ਦੀ ਜ਼ਰੂਰਤ ਹੈ? ਮੈਂ ਕਿਹਾ ਨਹੀਂ ਕੋਈ ਚੀਜ਼ ਦੀ ਜ਼ਰੂਰਤ ਨਹੀਂ, ਤੂੰ ਜਾ ਆਪਣੇ ਘਰ ਜਾ ਕੇ ਸ਼ਾਦੀ ਦਾ ਇੰਤਜ਼ਾਮ ਦੇ। ਕਹਿੰਦਾ ਫਿਰ ਆਪਣੇ ਘਰ ਆ ਗਿਆ। ਜਿਸ ਵੇਲੇ ਕਹਿੰਦੇ ਬਾਰਾਤ ਸਾਡੇ ਘਰ ਆਈ ਹੈ, ਸਿੱਧਾ ਮੇਰੇ ਕਮਰੇ 'ਚ ਆਇਆ, ਮੈਂ ਦੁਲਹਨ ਬਣ ਕੇ ਬੈਠੀ ਸਾਂ, ਮੈਨੂੰ ਕਲਾਵਾ ਮਾਰ ਕੇ ਆਂਦਾ ਬਾਜੀ ਸੁਣਾਓ ਤਿਆਰ ਹੋਣ ਜਾਣ ਵਾਸਤੇ? ਕਹਿੰਦੇ ਮੈਂ ਕਿਹਾ ਬਿਲਕੁਲ ਤਿਆਰ ਹੈ। ਕਹਿੰਦਾ ਪੱਕੀ ਤਿਆਰੀ ਕਰ ਲਈ ਜੇ? ਕਹਿੰਦਾ ਮਜ਼ਾਕ ਮਜ਼ੂਕ ਕਰਦਾ ਰਹਿੰਦਾ। ਅੰਦਰ ਸਾਰੀਆਂ ਮੇਰੀਆਂ ਸਹੇਲੀਆਂ ਸੀ, ਸਹੇਲੀਆਂ ਦੇ ਵਿਚਕਾਰ ਵੜ ਕੇ ਬੈਠੇ ਸੀ। ਕਹਿੰਦਾ ਜਿਸ ਵੇਲੇ ਮੌਲਵੀ ਨਿਕਾਹ ਵਾਸਤੇ ਆਇਆ ਉਸ ਟਾਈਮ ਹੀ ਆ ਕੇ ਥੋੜੀਆਂ ਬਹੁਤ ਸ਼ਰਾਰਤਾਂ ਕਰਦਾ ਰਿਹਾ। ਕਹਿੰਦਾ ਫਿਰ ਮੈਨੂੰ ਨਾਲ ਫੜ ਕੇ ਬਾਹਰ ਲਿਆਂਦਾ ਸੀ, ਆਪਣੇ ਭਰਾ ਕੋਲ ਆ ਕੇ ਬਿਠਾਇਆ ਸੀ, ਉੱਥੇ ਵੀ ਆ ਕੇ ਥੋੜੀਆਂ ਬਹੁਤ ਸ਼ਰਾਰਤਾਂ ਕੀਤੀਆਂ। ਕਹਿੰਦਾ ਅੱਗੂ ਜਿਸ ਵੇਲੇ ਉਹਨਾਂ ਦੇ ਘਰ ਆਇਆ ਆ ਕੇ ਸਾਡੇ ਬੈੱਡ ਤੇ ਲੰਮਾ ਪੈ ਰਿਹਾ। ਕਹਿੰਦਾ ਅੱਜ ਭਾਈਰਾਂ ਨੂੰ ਮੈਂ ਆਵਣ ਨਹੀਂ ਦੇਣਾ ਕਮਰੇ 'ਚ, ਅੱਜ ਮੈਂ ਰਾਤੀ ਇੱਥੇ ਹੀ ਸਵਾਂਗਾ। ਕਹਿੰਦਾ ਮੈਂ ਢੇਰ ਮੁੱਕੇ ਮਾਰੇ ਉੱਠ ਜਾ ਟੁਰ ਜਾ। ਲੇਕਿਨ ਜਿਸ ਵੇਲੇ ਉਹਦਾ ਭਾਈ ਆਇਆ ਫਿਰ ਉੱਠ ਕੇ ਟੁਰ ਗਿਆ 2-4 ਸ਼ਰਾਰਤਾਂ ਕਰਕੇ। ਕਹਿੰਦਾ ਬਹਰਾਲ ਜਿਸ ਵੇਲੇ ਟੁਰ ਗਿਆ ਅੱਗੂ ਸਾਡੀ ਸ਼ਾਦੀ ਚੱਲਦੀ ਰਹੀ ਹੈ। ਕਹਿੰਦਾ ਅਕਸਰ ਮੈਨੂੰ ਲੈ ਕੇ ਕਿਧਰੇ ਮੇਰੇ ਘਰ ਟੁਰ ਜਾਂਦਾ, ਲੇਕਿਨ ਉਹਦਾ ਭਾਈ ਜਿਹੜਾ 2 ਮਹੀਨੇ ਰਹਿ ਕੇ ਵਾਪਸ ਟੁਰ ਗਿਆ। ਅੱਗੂ ਜ਼ਾਹਰੀ ਗੱਲ ਹੈ ਉਹਨੇ ਇੰਤਜ਼ਾਮ ਦੇਖਣੇ ਹੁੰਦੇ ਸੀ। ਲੇਕਿਨ ਕਹਿੰਦਾ 1-2 ਵਾਰੀ ਮੈਨੂੰ ਸ਼ੱਕ ਪਿਆ ਕਿ ਜਿਹੜੇ ਮੈਂ ਕੱਪੜੇ ਅੰਦਰ ਰੱਖੇ ਹੁੰਦੇ ਨੇ, ਮੇਰੀ ਕੋਈ ਬਨੈਣ ਸ਼ੈਣ ਹੈ ਵੈ ਤੇ ਉਹ ਬਾਹਰ ਨਿਕਲੀ ਪਈ ਹੁੰਦੀ ਸੀ। ਮੈਨੂੰ ਸਮਝ ਨਹੀਂ ਆਉਂਦੀ, ਮੈਂ ਤੇ ਬਕਸੇ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਇਸ ਤਰ੍ਹਾਂ, ਬਾਹਰ ਤੇ ਘਰ 'ਚ ਰੱਖੀਆਂ ਨਹੀਂ ਕਦੇ, ਲੇਕਿਨ ਉਹਨੇ ਜਿਹੜਾ ਕਿਰੇ ਬਾਹਰ ਪਈ ਹੁੰਦੀ ਸੀ। ਕਹਿੰਦਾ ਫਿਰ ਇੱਕ ਦਿਨ ਮੈਂ ਬਾਰੀ 'ਚੋਂ ਦੇਖਿਆ ਤੇ ਉਹ ਜਿਹੜਾ ਬਨੈਣ ਫੜ ਕੇ ਤੇ ਸੁੰਘਣ ਲੱਗੇ ਅਸੀਂ ਮੇਰੀ, ਤੇ ਮੈਂ ਤੱਕਿਆ ਤੇ ਫਿਰ ਉਹਨੇ ਫਟੋਫਟ ਰੱਖ ਦਿੱਤੀ। ਤੇ ਮੈਂ ਉਹਨੂੰ ਪੁੱਛਿਆ ਕਿ ਕੀ ਕਰਨ ਲੱਗੇ ਹੈ? ਨਹੀਂ ਮੈਂ ਕੁਝ ਨਹੀਂ ਕਰਦਾ ਪਿਆ, ਮੈਂ ਤੂੰ ਚੀਜ਼ ਆਪਣੀ ਢੂੰਡਦਾ ਪਿਆ। ਕਹਿੰਦੇ ਮੈਂ ਬਹਰਾਲ ਉਹ ਗੱਲ ਇਗਨੋਰ ਕਰ ਦਿੱਤੀ। ਫਿਰ ਇੱਕ ਵਾਰੀ ਮੈਂ ਨਹਾਉਣ ਲੱਗੀ ਸਾਂ ਤੇ ਮੈਨੂੰ ਇੰਝ ਲੱਗਿਆ ਕਿ ਦਰਵਾਜ਼ੇ ਦੇ ਉੱਤੇ ਜਿਹੜੀਆਂ ਜਾਲੀਆਂ ਬਣੀਆਂ ਨੇ ਉਹਦੇ 'ਚੋਂ ਮੈਨੂੰ ਕੋਈ ਤੱਕਣ ਲੱਗੇ ਹੈ। ਕਹਿੰਦਾ ਮੈਨੂੰ ਸ਼ੱਕ ਪਿਆ ਤੇ ਮੈਂ ਫਟੋਫਟ ਦਰਵਾਜ਼ਾ ਖੋਲਿਆ, ਤੋਲੀਆ ਵਲੇਟ ਕੇ ਤੇ ਯਕਦਮ ਮੈਨੂੰ ਇੰਝ ਲੱਗਾ ਕਿ ਕੋਈ ਬੰਦਾ ਥੱਲੇ ਢਲ ਗਿਆ। ਮੈਨੂੰ ਇਹ ਸ਼ੱਕ ਪਿਆ ਕਿ ਕੋਈ ਨਾ ਕੋਈ ਹੈ ਸੀ। ਕਹਿੰਦਾ ਫਿਰ ਮੈਂ ਆ ਕੇ ਆਪਣੀ ਸੱਸ ਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਕਿ ਮੈਨੂੰ ਲੱਗਿਆ ਕਿ ਬਾਥਰੂਮ 'ਚ ਜਿਹੜਾ ਮੈਨੂੰ ਕੋਈ ਉੱਤੋਂ ਤੱਕਦਾ ਹੈ ਪਿਆ। ਸੱਸ ਕਹੇ ਨਾ ਪੁੱਤਰ ਕੋਈ ਬੰਦਾ ਨਹੀਂ ਹੈ ਇੱਥੇ, ਸਿਰਫ ਇਹ ਤੇਰਾ ਭਰਾ ਹੀ ਹੈ ਘਰ ਆਇਆ, ਹੋਰ ਤੇ ਬੰਦਾ ਕੋਈ ਨਹੀਂ। ਕਹਿੰਦਾ ਮੇਰੇ ਦਿਮਾਗ 'ਚ ਆਇਆ ਹੋ ਸਕਦਾ ਮੇਰਾ ਵਹਿਮ ਹੀ ਹੋਵੇ, ਮੈਨੂੰ ਨਾ ਇਸ ਤਰ੍ਹਾਂ ਤੱਕਦਾ ਹੋਵੇ ਪਿਆ। ਬਹਰਾਲ ਕਹਿੰਦਾ ਮੈਨੂੰ ਕਹਿੰਦਾ ਕਿ ਚਲੋ ਬਾਜੀ ਤੁਹਾਨੂੰ ਜਿਹੜਾ ਤੁਹਾਡੇ ਘਰੋਂ ਚੱਕਰ ਲਵਾ ਲਿਆਵਾਂ। ਕਹਿੰਦਾ ਗਰਮੀਆਂ ਬੜੀਆਂ ਸੀ, ਬਾਜਰਾ ਬਹੁਤ ਹੈ। ਕਹਿੰਦਾ ਜਿਵੇਂ ਮੈਂ ਮੋਟਰਸਾਈਕਲ ਤੇ ਬੈਠੀ ਆ, ਦੋਵਾਂ ਪਾਸੇ ਲੱਤਾਂ ਕਰਕੇ ਬਹਿਣਾ ਸੀ। ਕਹਿੰਦਾ ਬਾਜੀ ਜੀ ਇੰਝ ਪਵੋ ਨਾਲ ਹੋ ਕੇ। ਕਹਿੰਦਾ ਹੋਰ ਆਪੂ ਪਿੱਛੇ ਹੋਣ ਲੱਗ ਪਿਆ, ਮੈਨੂੰ ਆਪਣੇ ਨਾਲ ਲਾਣ ਲੱਗ ਪਿਆ। ਮੈਂ ਹੋਰ ਪਿੱਛੇ ਆਵਾਂ ਹੋਰ ਜਗ੍ਹਾ ਕੋਈ ਨਹੀਂ ਸੀ ਰਹੀ, ਲੇਕਿਨ ਕਹਿੰਦਾ ਮੈਂ ਕੋਨਾ ਬੋਲੀ ਪਿੱਛੇ ਮੈਂ ਬਾਹਰ ਆ ਲਈ। ਕਹਿੰਦਾ ਬਹਰਾਲ ਉਹਦੇ ਘਰੋਂ ਜਿਸ ਵੇਲੇ ਆਪਣੇ ਘਰ ਉੱਤੇ ਛੱਡਿਆ ਸੀ, ਕਹਿੰਦਾ ਬਾਜੀ ਸੁਬਾਹ ਮੈਂ ਤੁਹਾਨੂੰ ਵਾਪਸ ਲੈਣ ਆ ਜਾਵਾਂਗਾ। ਕਹਿੰਦਾ ਮੈਂ ਕਿਹਾ ਠੀਕ ਹੈ ਤੂੰ ਲੈਣ ਆ ਜੀ। ਕਹਿੰਦਾ ਫੇਰ ਆਇਆ ਮੋਟਰਸਾਈਕਲ ਤੇ ਮੈਨੂੰ ਲਿਓ ਸੂ ਤੇ ਰਾਹ 'ਚ ਮੈਨੂੰ ਕਹਿੰਦਾ ਬਾਜੀ ਕੋਈ ਚੀਜ਼ ਖਾ ਪੀ ਲਈਏ। ਕਹਿੰਦਾ ਮੈਂ ਕਿਹਾ ਨਹੀਂ ਚਲਾ ਘਰ ਚਲੀਏ ਗਰਮੀ ਬੜੀ ਹੈ। ਕਹਿੰਦਾ ਨਹੀਂ ਬਾਜੀ ਆਓ ਚਾਟ ਖਾ ਲੈਂਦੇ ਆ। ਕਹਿੰਦਾ ਮੈਨੂੰ ਉੱਥੇ ਬਿਠਾ ਕੇ ਚਾਟ ਖਵਾ ਲਈ ਸੂ। ਚਾਟ ਖਵਾਲ ਕੇ ਜਿਸੇ ਰਾਹ 'ਚ ਆਇਆ, ਰਾਹ ਬੜਾ ਸੁਨਸਾਨ ਜਿਹਾ, ਬਾਜਰਾ ਢੇਰ ਵੱਡਾ ਹੋਇਆ, ਛੋਟਾ ਜਿਹਾ ਰਾਹ ਹੈ। ਕਹਿੰਦਾ ਉੱਥੇ ਖਿਲਾ ਕੇ ਤੇ ਕਹਿੰਦਾ ਬਾਜੀ ਜੀ ਪਤਾ ਨਹੀਂ ਮੋਟਰਸਾਈਕਲ ਨੂੰ ਪਤਾ ਨਹੀਂ ਕੀ ਹੋ ਗਿਆ। ਕਹਿੰਦਾ ਜਿਸੇ ਮੋਟਰਸਾਈਕਲ ਖਿਲਾਇਆ ਤੇ ਮੈਨੂੰ ਫੜ ਕੇ ਕਹਿੰਦਾ ਬਾਜੀ ਜੀ ਇੱਧਰ ਆਓ 1 ਮਿੰਟ ਬਾਜਰੇ। ਕਹਿੰਦਾ ਮੈਂ ਬਾਜਰੇ 'ਚ ਤੂੰ ਕੀ ਕਰਨ ਜਾਣਾ ਹੈ? 1 ਮਿੰਟ ਆਵੋ ਤੇ ਸਹੀ। ਕਹਿੰਦਾ ਮੈਨੂੰ ਧੱਕੇ ਨਾਲ ਫੜ ਕੇ ਬਾਹ ਖਿੱਚ ਕੇ ਉਧਰ ਲੈ ਗਿਆ। ਉੱਥੇ ਖੜ ਕੇ ਜਾ ਕੇ ਮੈਨੂੰ ਕਲਾਵਾ ਮਾਰ ਲਿਆ। ਕਹਿੰਦਾ ਬਾਜੀ ਤੁਸੀਂ ਮੈਨੂੰ ਬੜੇ ਪਸੰਦ ਹੋ। ਕਹਿੰਦਾ ਮੈਨੂੰ ਛੱਡੇ ਕੋ ਨਾ। ਮੈਂ ਉਹਨੂੰ ਆਖਿਆ ਛੱਡ, ਲੇਕਿਨ ਉਹ ਛੱਡਦਾ ਕੋ ਨਹੀਂ। ਕਾਫੀ 15 ਮਿੰਟ ਮੇਰੇ ਨਾਲ ਕੋਸ਼ਿਸ਼ ਕਰਦਾ ਰਿਹਾ ਕਿ ਉਹ ਕਿਸੇ ਕਿਸਮ ਦੀ ਜ਼ਿਆਦਤੀ ਕਰੇ, ਲੇਕਿਨ ਮੈਂ ਉਹਨੂੰ ਜ਼ਿਆਦਤੀ ਨਹੀਂ ਕਰਨ ਦਿੱਤੀ। ਅੱਗੂ ਜਿਸ ਵੇਲੇ ਇੱਕ ਹੋਰ ਮੋਟਰਸਾਈਕਲ ਦੀ ਆਵਾਜ਼ ਆਈ ਹੈ, ਮੈਂ ਉਹਨੂੰ ਆਖਿਆ ਮੈਂ ਰੋਲਾ ਪਾਣ ਲਿਓ, ਇਸ ਵਾਸਤੇ ਚੁੱਪ ਕਰਕੇ ਤੇ ਚਲਾ ਬਾਹਰ ਚਲੀਏ। ਕਹਿੰਦਾ ਫਿਰ ਚੁੱਪ ਕਰਕੇ ਬਾਹਰ ਆ ਗਏ। ਉਹਨੇ ਕਿਹਾ ਬਾਜੀ ਕਿਸੇ ਅੱਗੇ ਰੋਲਾ ਨਾ ਪਾਇਓ। ਮੈਂ ਠੀਕ ਹੈ ਮੈਂ ਨਹੀਂ ਰੋਲਾ ਪਾਉਂਦੀ, ਲੇਕਿਨ ਹੁਣ ਦੁਬਾਰਾ ਮੇਰੇ ਨਾਲ ਤੂੰ ਇਸ ਤਰ੍ਹਾਂ ਨਾ ਕਰੀ। ਕਹਿੰਦਾ ਮੇਰੇ ਤੇ ਬੜੀ ਹਫਕੀ ਕਾਲੀ ਹੋ ਗਈ ਕਿ ਮੇਰੇ ਨਾਲ ਕੀ ਪਿਆ ਕਰਦਾ। ਕਹਿੰਦਾ ਬਾਹਰ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਜਿਸ ਵੇਲੇ ਘਰ ਖੜੇ ਸੀ, ਮੈਂ ਸੋਚਿਆ ਕਿ ਆਪਣੀ ਸੱਸ ਨੂੰ ਦੱਸਾਂ ਜਾਂ ਆਪਣੇ ਹਾਮਦ ਨੂੰ ਦੱਸਾਂ ਜਾਂ ਆਪਣੀ ਅੰਮਾ ਨੂੰ ਦੱਸਾਂ। ਕਹਿੰਦਾ ਫਿਰ ਮੈਂ ਸੋਚਿਆ ਕਿ ਚਲੋ ਆਪਣੀ ਅੰਮੀ ਨਾਲ ਗੱਲ ਕਰਨੀ ਹੈ ਕਿ ਇਸ ਤਰ੍ਹਾਂ ਮੇਰੇ ਨਾਲ ਰਾਹ 'ਚ ਇਹਨੇ ਸ਼ਰਾਰਤ ਕੀਤੀ ਹੈ। ਕਹਿੰਦਾ ਜਿਸ ਵੇਲੇ ਮੈਂ ਅੰਮੀ ਨਾਲ ਗੱਲ ਕੀਤੀ ਤੇ ਅੰਮੀ ਕਹਿੰਦਾ ਪੁੱਤਰ ਚੁੱਪ ਕਰ ਜਾ, ਬਲਕਿ ਤੇਰੇ ਮੀਆਂ ਨੇ ਕਾਗਜ਼ ਜਮ੍ਹਾਂ ਕਰਾਣੇ ਤੇ ਤੈਨੂੰ ਬਾਹਰ ਲੈ ਜਾਣਾ, ਤੂੰ ਇਸ ਗੱਲ ਨੂੰ ਇੱਥੇ ਹੀ ਦਫਨਾ ਦੇ। ਕਹਿੰਦਾ ਬਾਹਰ ਮੈਂ ਫਿਰ ਚੁੱਪ ਕਰ ਰਹੀ। ਕਹਿੰਦਾ ਫਿਰ ਇੱਕ ਦਿਨ ਇੰਝ ਹੋਇਆ ਕਿ ਰਾਤੀ ਜਿਹੜੀ ਮੇਰੀ ਸੱਸ ਜਿਹੜੀ ਹੈ ਗੁਆਂਢੀਆਂ ਦੇ ਘਰ ਗਈ ਸੀ, ਯਕਦਮ ਮੇਰੇ ਕਮਰੇ 'ਚ ਆ ਗਿਆ। ਉਹਨੇ ਆਖਿਆ ਮੈਂ ਜਿਹੜਾ ਤੇਰੇ ਨਾਲ ਪਿਆਰ ਕਰਨਾ ਮੈਨੂੰ ਬੜੀ ਪਸੰਦ ਹੈ। ਕਹਿੰਦਾ ਬੜਾ ਖੁੱਲ ਡੁੱਲ ਕੇ ਸਾਹਮਣੇ ਆ ਗਿਆ। ਮੈਂ ਕਿਹਾ ਚੱਲ ਦਫਾ ਹੋ ਜਾ ਬਾਹਰ। ਕਹਿੰਦਾ ਦਫਾ ਕੋਈ ਨਹੀਂ ਹੋਇਆ। ਉਹਨੇ ਫਿਰ ਕਮਰੇ ਜਿਹੜਾ ਮੇਰੇ ਨਾਲ ਜ਼ਿਆਦਤੀ ਕਰਕੇ ਤੇ ਉਸ ਤੋਂ ਬਾਅਦ ਬਾਹਰ ਆ ਕੇ ਕਹਿੰਦਾ ਬਾਜੀ ਜੇ ਤੂੰ ਆਖਿਆ ਤੇ ਮੈਂ ਆਖਾਂਗਾ ਕਿ ਬਾਜੀ ਮੇਰੇ ਨਾਲ ਜ਼ਿਆਦਤੀ ਕਰਨਾ ਚਾਹੁੰਦੀ ਸੀ ਤੇ ਮੈਂ ਜਿਹੜਾ ਬਾਹਰ ਨੱਸ ਆਇਆ। ਕਹਿੰਦੇ ਫਿਰ ਮੈਂ ਉੱਥੋਂ ਚੁੱਪ ਹੋ ਗਈ, ਮੈਂ ਕੋਈ ਗੱਲ ਨਾ ਕੀਤੀ। ਕਹਿੰਦਾ ਫਿਰ ਇੰਝ ਹੋਇਆ ਕਿ ਜਿਸ ਵੇਲੇ ਮੇਰਾ ਹਾਵੰਦ ਆਇਆ, ਮੈਂ ਉਹਨੂੰ ਆਖਿਆ ਕਿ ਮੈਂ ਇਸ ਘਰ 'ਚ ਕੋਈ ਨਹੀਂ ਰਹਿਣਾ, ਕਿਉਂਕਿ ਮੈਂ ਆਪਣੀ ਅੰਮਾ ਦੇ ਘਰ ਰਵਾਂਗੀ। ਜਿਸ ਟਾਈਮ ਤੁਸੀਂ ਮੈਨੂੰ ਕਿਤੇ ਖੜਨਾ ਹੋਇਆ ਤੇ ਮੈਨੂੰ ਤੁਸੀਂ ਜਿਹੜਾ ਬਾਹਰ ਦੇ ਪੇਪਰ ਜਮ੍ਹਾਂ ਕਰਾਇਓ ਤੇ ਮੈਂ ਤੁਹਾਡੇ ਨਾਲ ਲੱਗੀ ਜਾਵਾਂਗੀ, ਲੇਕਿਨ ਇਸ
इस घर 'ਚ ਜਿਹੜਾ ਮੈਂ ਕੋ ਨਹੀਂ ਰਹਿਣਾ। ਕਹਿੰਦਾ ਉਹ ਗੱਲ ਕੀ ਹੋਈ? ਉਹਨੇ ਕਿਹਾ ਨਹੀਂ ਕੋਈ ਗੱਲ ਨਹੀਂ ਹੋਈ। ਕਹਿੰਦਾ ਲੇਕਿਨ ਫਿਰ ਉਹਨੇ ਜ਼ਬਰਦਸਤੀ ਆਖਿਆ ਉਹਨੇ ਕਿ ਤੂੰ ਇਸ ਘਰ 'ਚ ਨਹੀਂ ਰਹਿਣਾ ਨਾ, ਤੇ ਫਿਰ ਜਿਹੜਾ ਮੈਂ ਨਾ ਤੇਰੇ ਕਾਗਜ਼ ਜਮ੍ਹਾਂ ਕਰਾਣੇ ਨੇ ਤੇ ਨਾ ਤੈਨੂੰ ਮੈਂ ਬਾਹਰ ਖੜਨਾ ਹੈ। ਕਹਿੰਦਾ ਮੈਂ ਆਪਣੀ ਅੰਮਾ ਨਾਲ ਗੱਲ ਕੀਤੀ, ਅੰਮਾ ਜੀ ਕਹਿੰਦੇ ਪੁੱਤਰ ਉੱਥੇ ਹੀ ਰਹਿ, ਜਿਸ ਤਰ੍ਹਾਂ ਮਰਜ਼ੀ ਗੁਜ਼ਾਰਾ ਕਰ। ਬਹਰਹਾਲ ਕਹਿੰਦਾ ਫਿਰ ਮੈਂ ਉੱਥੇ ਹੀ ਗੁਜ਼ਾਰਾ ਕੀਤਾ। ਫਿਰ 2-3 ਵਾਰੀ ਉਹਨੇ ਇਸੇ ਤਰ੍ਹਾਂ ਮੇਰੇ ਨਾਲ ਜ਼ਬਰਦਸਤੀ ਕੀਤੀ। ਮੈਂ ਫਿਰ ਵੀ ਕੋਸ਼ਿਸ਼ ਕੀਤੀ ਕਿ ਉਹਦਾ ਤੂੰ ਜਾਨ ਛਡਾ, ਲੇਕਿਨ ਮੇਰਾ ਮੀਆਂ ਨੂੰ ਮੈਂ ਦੱਸ ਕੇ ਰਾਜ਼ੀ ਨਹੀਂ ਸੀ, ਕਿਉਂਕਿ ਉਹਨੂੰ ਦੱਸਾਂ ਤੇ ਹੋਰ ਵੱਡਾ ਮਸਲਾ ਬਣ ਜਾਏ ਯਾਰ, ਹੋ ਸਕਦਾ ਮੈਨੂੰ ਤਲਾਕ ਦੇ ਦੇ ਯਾਰ। ਹੋਰ ਛੱਡ ਕੇ ਮੇਰੇ ਅੰਮਾ ਵੀ ਨਹੀਂ ਸੀ ਮੰਨਦੇ ਕਿ ਪੁੱਤਰ ਤੂੰ ਜਿਹੜਾ ਆਪਣੇ ਹਾਮਦ ਨੂੰ ਦੱਸੇ। ਕਹਿੰਦੇ ਬਹਰਹਾਲ ਉਹਨੇ ਮੇਰੇ ਕਾਗਜ਼ ਜਮ੍ਹਾਂ ਕਰਾਏ ਤੇ ਮੇਰੇ ਜਿਸ ਵੇਲੇ ਕਾਗਜ਼ ਨਿਕਲੇ ਤੇ ਫਿਰ ਮੈਂ ਇੱਥੇ ਬਾਹਰ ਆ ਗਈ। ਮੈਂ ਸ਼ੁਕਰ ਕੀਤਾ ਕਿ ਮੇਰੀ ਜਾਨ ਛੁੱਟੀ ਹੈ, ਕਿਉਂਕਿ ਇਹ ਬੰਦਾ ਬੜਾ ਖੌਫਨਾਕ ਸੀ। 2-3 ਵਾਰੀ ਮੇਰੇ ਨਾਲ ਇਸ ਤਰ੍ਹਾਂ ਜ਼ਿਆਦਤੀ ਕਰ ਬੈਠੇ ਅਸੀਂ। ਲੇਕਿਨ ਕਹਿੰਦਾ ਬਾਅਦ ਵੀ ਜਿਸ ਵੇਲੇ ਫੋਨ ਸ਼ੂਨ ਕਰਦਾ ਰਿਹਾ, ਬਾਜੀ ਨਾਲ ਗੱਲ ਕਰਾਓ, ਬਾਜੀ ਨਾਲ, ਕਹਿੰਦਾ ਮੈਂ ਇੱਕ ਦਿਨ ਵੀ ਉਹਦੇ ਨਾਲ ਗੱਲ ਨਹੀਂ ਕੀਤੀ, ਕਿਉਂਕਿ ਜੋ ਕੁਝ ਉਹ ਮੇਰੇ ਨਾਲ ਵਰਤਾਓ ਕਰ ਬੈਠੇ ਅਸੀਂ, ਮੈਂ ਨਹੀਂ ਸੀ ਚਾਹੁੰਦੀ ਕਿ ਦੁਬਾਰਾ ਇਸ ਬੰਦੇ ਦਾ ਮੈਂ ਮੂੰਹ ਵੀ ਤੱਕਾਂ। ਕਹਿੰਦਾ ਪਰ ਉਸ ਤੋਂ ਬਾਅਦ ਉਹਦੀ ਸ਼ਾਦੀ ਹੋਈ ਹੈ, ਜੋ ਕੁਝ ਵੀ ਹੋਇਆ ਬੜੀ ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ। ਮੈਂ ਕਿਹਾ ਮੈਂ ਪਾਕਿਸਤਾਨ ਨਹੀਂ ਜਾਣਾ, ਜਦੋਂ ਵੀ ਜਾਵਾਂਗੀ ਮੈਂ ਆਪਣੀ ਅੰਮਾ ਦੇ ਘਰ ਜਾਣਾ, ਲੇਕਿਨ ਤੁਹਾਡੇ ਘਰ ਨਹੀਂ ਜਾਣਾ। ਕਹਿੰਦਾ ਹਾਮਦ ਮੇਰਾ ਪੁੱਛਦਾ ਹੋਇਆ ਕੀ? ਕਹਿੰਦਾ ਮੈਂ ਕੁਝ ਨਹੀਂ ਹੋਇਆ, ਤੁਸੀਂ ਇਸ ਗੱਲ ਨੂੰ ਇੱਥੇ ਹੀ ਰਹਿਣ ਦਿਓ। ਬਹਰਹਾਲ ਕਹਿੰਦੇ ਉਸ ਤੋਂ ਬਾਅਦ ਮੈਂ ਨਹੀਂ ਗਈ, ਲੇਕਿਨ ਮੇਰੇ ਵਾਸਤੇ ਬਹੁਤ ਵੱਡਾ ਨੁਕਸਾਨ ਹੋਇਆ। ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਹਨੂੰ ਲਾਈਕ ਕਰੋ, ਕਮੈਂਟਸ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਗੱਲ ਅੱਛੀ ਲੱਗੇ तो लाजमी जरा लाइक करा करो, कोई शिकायत हो तो मैं हमेशा माजरत करना तो माजरत दे दिया करो। दुआ याद रखियो। अल्लाह हाफिज़। ਜਿਹਦੇ ਨਾਲ ਮੇਰੀ ਮੰਗਣੀ ਹੋਈ ਸੀ, ਜਿਹਦੇ ਨਾਲ ਮੇਰੀ ਮੰਗਣੀ ਹੋਈ ਸੀ ਉਹਦੇ ਇਹ ਪੇਪਰ ਵੀ ਨਹੀਂ ਸੀ ਬਣੇ, ਜਿਹਦੇ ਨਾਲ ਮੇਰੀ ਮੰਗਣੀ ਹੋਈ ਸੀ ਉਹਦੇ ਇਹ ਪੇਪਰ ਵੀ ਨਹੀਂ ਸੀ ਬਣੇ। ਉਹ ਪਾਕਿਸਤਾਨ ਆਵੇ ਯਾਰ ਤਾਂ ਸਾਡੀ ਸ਼ਾਦੀ ਹੋਵੇ ਯਾਰ, ਲੇਕਿਨ ਦੇਵਰ ਮੇਰਾ ਬੜਾ ਚੰਗਾ ਸੀ,